ਅਗਲੀ ਖਬਰ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਆ ਤੇ ਆਪਾਂ ਵੱਖ-ਵੱਖ ਕੈਂਡੀਡੇਟਸ ਬਾਰੇ ਤੁਹਾਡੇ ਨਾਲ ਕਦੇ-ਕਦੇ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਹਿੰਦੇ ਆ। ਇੱਕ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਜੂਨ 2 ਨੂੰ ਬੇ ਏਰੀਏ ਦੇ ਵਿੱਚ ਡਿਸਟ੍ਰਿਕਟ 14 ਜਿਹੜਾ ਕਾਂਗਰੈਸ਼ਨਲ ਰੇਸ ਹੈਗੀ ਆ। ਬਹੁਤ ਹੀ ਇੰਪੋਰਟੈਂਟ ਰੇਸ ਆ। ਕਿਉਂ ਇੰਪੋਰਟੈਂਟ ਆ ਵੀ ਐਰਿਕ ਸਵੈਲਵਲ ਇਹਨੂੰ ਰਿਪਰੈਜ਼ੈਂਟ ਕਰਦਾ ਸੀ ਤੇ ਐਰਿਕ ਸਵੈਲਵਲ ਹੁਣੀ ਗਵਰਨਰ ਲਈ ਖੜ ਗਏ ਤੇ ਮੁੜ ਕੇ ਫਿਰ ਉਹਨਾਂ ਦਾ ਜਿਹੜਾ ਐਕਸਪੋਜ਼ ਹੋ ਗਿਆ ਤੇ ਕਿੰਨੇ ਜਨਾਨੀਆਂ ਦੇ ਨਾਲ ਉਹਨਾਂ ਦੇ ਜਿਹੜੇ ਉਹਨਾਂ ਨੇ ਦੁਰਵਿਵਹਾਰ ਕੀਤਾ ਸੀ। ਸੋ ਉਸ ਤੋਂ ਬਾਅਦ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਗਵਰਨਰ ਦੀ ਜਿਹੜੀ ਇਲੈਕਸ਼ਨ ਸੀ ਉਸ ਤੋਂ ਵੀ ਕੁਇਟ ਕਰਨਾ ਪਿਆ। ਸੋ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਇਲੈਕਸ਼ਨ ਹੋਣ ਜਾ ਰਹੀ ਆ। ਜੂਨ 2 ਨੂੰ ਹੋਣੀ ਹੈ। ਡਿਸਟ੍ਰਿਕਟ 14 ਆ ਕਾਂਗਰੈਸ਼ਨਲ ਸੀਟ। ਬੇ ਏਰੀਏ ਦੇ ਵਿੱਚ ਆ, ਖਾਸ ਕਰਕੇ ਫਰੀਮੌਂਟ, ਯੂਨੀਅਨ ਸਿਟੀ, ਹੇਵਰਡ ਵਾਲਾ ਏਰੀਆ ਇਹ ਸਾਰਾ ਹੈਗਾ ਡਬਲਿਨ। ਇੱਥੇ ਭਾਰਤੀ ਮੂਲ ਦੇ ਜਿਹੜੇ ਲੋਕ ਆ ਜਿਨ੍ਹਾਂ ਦਾ ਬੈਕਗਰਾਉਂਡ ਆ ਉਹ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ। ਇੱਥੋਂ ਤੱਕ ਕਿ ਫਰੀਮੌਂਟ ਦੇ ਵਿੱਚ ਦੱਸਿਆ ਜਾ ਰਿਹਾ ਵੀ 30% ਪਾਪੂਲੇਸ਼ਨ ਇੰਡੀਅਨ ਮੂਲ ਦੇ ਲੋਕਾਂ ਦੀ ਹੈਗੀ ਆ। ਸੋ ਇੱਥੇ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਆ ਉਹਨਾਂ ਦੇ ਵਿੱਚ ਕਾਫੀ ਜਿਹੜੀ ਕੁਛ ਕੁ ਕੈਂਡੀਡੇਟ ਦੀ ਕੰਟਰੋਵਰਸੀ ਆ। ਸੋ ਇਹ 2 ਵਾਰ ਇਲੈਕਸ਼ਨ ਹੋਣੀ ਆ, 2-2 ਬੈਲਟ ਆ ਸ਼ਾਇਦ। ਇੱਕ ਤਾਂ ਜਿਹੜੀ ਹੁਣ ਤੋਂ ਲੈ ਕੇ ਜੂਨ ਤੋਂ ਲੈ ਕੇ ਫਿਰ ਜਿਹੜੀ ਨਵੰਬਰ ਤੱਕ ਜੋ ਰਿਪਰੈਜ਼ੈਂਟ ਕਰਨਾ ਉਹਦੇ ਲਈ, ਤੇ ਉਹ ਤੋਂ ਬਾਅਦ ਫਿਰ ਨਵੰਬਰ ਦੇ ਵਿੱਚ ਜਿਹੜੀ ਫੁੱਲ 2 ਟਰਮ ਦੇ ਸਾਲਾਂ ਲਈ। ਦੀ ਹੋਣੀ ਆ ਉਹ ਵੀ ਆ। ਹੂੰ। ਸੋ ਇੱਕ ਜਿਹੜਾ ਕੈਂਡੀਡੇਟ ਉਹਨਾਂ ਦੇ ਵਿੱਚ ਖੜੀ ਆ ਉਹ ਭਾਰਤੀ ਮੂਲ ਦੀ ਜਿਹੜੀ ਬੀਬੀ ਹੈਗੀ ਆ ਰਾਖੀ ਇਸਰਾਨੀ। ਸੋ ਰਾਖੀ ਇਸਰਾਨੀ ਦਾ ਜਿਹੜਾ ਫੰਡ ਰੇਜ਼ਿੰਗ ਆ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਭਾਰਤੀ ਮੂਲ ਦੇ ਜਿਹੜੇ ਕਈ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਕੀਤਾ। $1 ਮਿਲੀਅਨ ਉਹ ਆਪਣੇ ਪੈਸੇ ਪਾ ਰਹੀ ਆ, $1 ਮਿਲੀਅਨ ਉਹਨੂੰ ਫੰਡ ਰੇਜ਼ਿੰਗ 'ਚ ਇਕੱਠਾ ਕੀਤਾ। ਸੋ $2 ਮਿਲੀਅਨ ਆਲਰੇਡੀ ਉਹਦੇ ਕੋਲ ਇਕੱਠਾ ਹੋ ਚੁੱਕਾ ਹੈਗਾ ਆ। ਸੋ ਇਹ ਜਿਹੜੀ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀਕਐਂਡ ਦੇ ਦੌਰਾਨ ਇੱਕ ਕਾਫੀ ਵੱਡਾ ਜਿਹੜੀ ਆਪਣੇ ਸਿੱਖਾਂ ਵੱਲੋਂ ਲੋਕਾਂ ਨੂੰ ਅਵੇਅਰਨੈਸ ਵੀ ਜਿਹੜੀ ਦਿੱਤੀ ਗਈ ਹੈਗੀ ਆ। ਅਲ ਜਜ਼ੀਰਾ ਜਿਹੜਾ ਨਿਊਜ਼ਪੇਪਰ ਆ ਉਹਨੇ ਦੱਸਿਆ ਸੀ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਇਹ ਭਾਰਤੀ ਸਟੇਟ ਲਈ ਕੰਮ ਕਰਦੀ ਆ। ਇਹ ਮੈਗਜ਼ੀਨ ਜਿਹੜਾ ਕਹਿ ਰਿਹਾ ਹੈਗਾ। ਰਾਖੀ ਅਸਰਾਨੀ ਨੂੰ ਜਿਹੜੇ ਹਿੰਦੂ ਫਾਊਂਡੇਸ਼ਨ ਦੇ $3.5 ਲੱਖ ਇਕੱਠਾ ਕਰਕੇ ਦਿੱਤਾ, ਜੋ ਕਿ ਸਿੱਧਾ ਹੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਲਈ ਖਤਰਾ, ਸਿੱਧਾ ਹੀ ਇੰਟਰਫੀਰੈਂਸ ਆ ਪਈ। ਕੋਈ ਟਰਾਂਸਨੈਸ਼ਨਲ ਅਪਰੋਚ ਨਹੀਂ ਕਹਿ ਸਕਦੇ ਆ ਵੀ ਜਿਹੜਾ ਬਾਹਰਲੀ ਸਰਕਾਰ ਆ ਉਹ ਉਦਾਂ ਦੇ ਕੈਂਡੀਡੇਟਸ ਨੂੰ ਫੰਡ ਕਰ ਰਹੀ ਆ ਵੀ ਜਿਹੜੀ ਬਾਹਰਲੀ ਸਰਕਾਰਾਂ ਲਈ ਕੰਮ ਕਰੂਗੀ। ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਆ ਇਸ ਮੈਗਜ਼ੀਨ ਦੇ ਮੁਤਾਬਕ, ਇਸ ਨਿਊਜ਼ ਆਊਟਲੈਟ ਦੇ ਮੁਤਾਬਕ ਅਮਰੀਕਾ ਦੇ ਵਿੱਚ ਉਹ ਆਰਐਸਐਸ ਦੀ ਬੀ ਟੀਮ ਹੈਗੀ ਆ। ਉਹਦੇ ਬਾਰੇ ਆਪਾਂ ਤੁਹਾਨੂੰ ਬਹੁਤ ਸਾਲਾਂ ਤੋਂ ਤੁਹਾਨੂੰ ਜਿਹੜੇ ਆ ਦੱਸਦੇ ਵੀ ਰਹੇ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੇ ਖਿਲਾਫ, ਗੁਰੂ ਘਰਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਨੂੰ ਲੈ ਕੇ ਕਿੱਦਾਂ ਉਹਦੇ ਉਲਟ ਜਿਹੜਾ ਪ੍ਰਚਾਰ ਕੀਤਾ, ਕਿੱਦਾਂ ਜਿਹੜੇ ਹੋਰ ਕੈਂਡੀਡੇਟ ਹੈਗੇ ਆ ਜਿੱਥੇ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ, ਚਾਹੇ ਜਸਮੀਤ ਬੈਂਸ ਵਰਗੇ, ਉਹਨਾਂ ਦੇ ਉਲਟ ਵੀ ਕਿੰਨਾ ਉਹ ਪ੍ਰਚਾਰ ਕਰਦੇ ਆ। ਸੋ ਹੁਣ ਰਾਖੀ ਇਸਰਾਨੀ ਦੇ ਅਗੇਂਸਟ ਪਿਛਲੇ ਵੀਕਐਂਡ ਦੇ ਦੌਰਾਨ ਕੁਝ ਜਿਹੜੇ ਆਪਣੇ ਸਿੱਖ ਭੈਣ ਭਰਾ ਆ ਉਹਨਾਂ ਵੱਲੋਂ ਅਵੇਅਰਨੈਸ ਰੈਲੀ ਇੱਕ ਕੱਢੀ ਗਈ ਫਰੀਮੌਂਟ ਦੇ ਵਿੱਚ। ਉਹਦੇ ਵਿੱਚ ਦੱਸਿਆ ਗਿਆ ਕਿੱਦਾਂ ਜਿਹੜੇ ਆ ਇਹ $3.5 ਲੱਖ ਦੇ ਕਰੀਬ ਜਿਹੜੀ ਆ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਜਿਹੜੇ ਆਰਐਸਐਸ ਦੇ ਨਾਲ ਰਿਲੇਟਡ ਲੋਕ ਆ ਉਹਨਾਂ ਨੇ ਉਸ ਲਈ ਪੈਸੇ ਇਕੱਠੇ ਕਰਕੇ ਦਿੱਤੇ। ਇਲੈਕਸ਼ਨ ਦਾ ਸਮਾਂ ਆ, ਇਹਦੇ 'ਚ ਫਿਰ ਲੋਕ ਐਕਸਪੋਜ਼ ਕਰਦੇ ਆ ਵੀ ਕਿੱਥੇ ਕੀ ਹੋ ਰਿਹਾ ਹੈਗਾ। ਇਹਦੇ ਵਿੱਚ ਡਾਕਟਰ ਗਰੇਵਾਲ, ਭਜਨ ਸਿੰਘ ਭਿੰਡਰ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ। ਸੋ ਕਾਰਾਂ ਦੇ ਉੱਤੇ ਜਿਹੜੇ ਵੱਡੇ ਬੈਨਰ ਵੀ ਲਾਏ ਹੋਏ ਸੀ ਵੀ ਇਸ ਕੈਂਡੀਡੇਟ ਨੂੰ ਨਾ ਵੋਟ ਪਾਓ। ਇਹ ਕੈਂਡੀਡੇਟ ਨੂੰ ਉਹ ਲੋਕ ਸਪੋਰਟ ਕਰ ਰਹੇ ਆ ਜਿਹੜੇ ਸ਼ਰੇਆਮ ਸਿੱਖਾਂ ਦੇ ਉਲਟ ਜਾ ਕੇ ਜਿਹੜਾ ਪ੍ਰਚਾਰ ਕਰਦੇ ਹੈਗੇ। ਸਿੱਖਾਂ ਦੇ ਉਲਟ ਵੀ ਕੀ, ਅਮਰੀਕਨ ਦੇ ਉਲਟ, ਕਿਉਂਕਿ ਅਮਰੀਕਨ ਨਾਗਰਿਕ ਨੂੰ ਮਾਰਨ ਵਾਲੀ ਜਿਹੜੇ ਰਾਅ ਦੇ ਏਜੰਟ ਨਿਖਿਲ ਗੁਪਤਾ, ਵਿਕਾਸ ਯਾਦਵ, ਉਹਨਾਂ ਦਾ ਸਮਰਥਨ ਕਰਨ ਵਾਲੀ HAF, ਉਹਨਾਂ ਵਰਗੇ ਜਿਹੜੇ ਆ ਉਹ ਇਹਨੂੰ ਸਿੱਧੀ ਸਪੋਰਟ ਜਿਹੜੀ ਉਹ ਕਰ ਰਹੇ ਆ। ਸੋ ਤਾਂ 100% ਅਮਰੀਕਨਸ ਨੂੰ ਮਾਰਨ ਵਾਲੇ ਲੋਕ ਉਹੀ ਸਪੋਰਟ ਕਰ ਰਹੇ ਆ ਇਸ ਨੂੰ। ਜੀ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਫੰਡ ਰੇਜ਼ਿੰਗ ਹੋਇਆ ਸੀ ਜੋ ਅਲਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦਾ, ਤੇ ਮੈਂ ਵੀ ਉੱਥੇ ਗਿਆ ਸੀਗਾ ਤੇ ਉੱਥੇ ਵੀ ਇਹ ਗੱਲ ਚੱਲੀ ਸੀ ਵੀ ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਨੇ ਜਿਹੜਾ ਰੌਲਾ ਪਾਇਆ ਵੀ ਦੇਖੋ ਜੀ ਇੱਥੇ ਮੰਦਿਰਾਂ ਦੇ ਉੱਤੇ ਲਿਖਿਆ ਗਿਆ ਸਿੱਖਾਂ ਵੱਲੋਂ ਭਾਰਤ ਦੀ ਐਮਬੈਸੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਪਿੱਛੇ ਜਿੱਦਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਤਾਂ ਕਲੀਅਰ ਹੋ ਚੁੱਕਾ ਆ ਆਲਰੇਡੀ, ਹੁਣ ਸਾਰਿਆਂ ਨੂੰ ਪਤਾ ਆ ਵੀ ਉਹ ਜਿਹੜੀ ਅੱਗ ਆ ਕਿਤੇ ਬਿਲਡਿੰਗ ਨੂੰ ਨਹੀਂ ਲਾਈ ਗਈ ਸੀ। ਬਿਲਕੁਲ ਬਿਲਡਿੰਗ ਦੇ ਬਾਹਰ ਇੱਕ ਜਿਹੜਾ ਗਾਰਬੇਜ ਵਾਲਾ ਕੰਟੇਨਰ ਪਿਆ ਜਿੱਦਾਂ ਆਪਣੇ ਘਰਾਂ ਦੇ ਬਾਹਰ ਹੁੰਦਾ, ਉੱਥੇ ਕਿਸੇ ਹੋਮਲੈਸ ਨੇ ਉਹ ਅੱਗ ਲਾਈ ਸੀ ਤੇ ਬਿਲਡਿੰਗ ਤੱਕ ਤਾਂ ਉਹ ਪਹੁੰਚੀ ਵੀ ਨਹੀਂ ਸੀ।
ਪਰ ਉਹ ਇੰਨਾ ਪ੍ਰਚਾਰ ਸਿੱਖਾਂ ਦੇ ਉਲਟ ਕੀਤਾ ਗਿਆ। ਸੋ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਫਿਰ ਟੋਟਲੀ ਜਿਹੜਾ ਪ੍ਰਚਾਰ ਆ ਸਿੱਖਾਂ ਦੇ ਉਲਟ ਇੱਥੇ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਗੁਰੂ ਘਰ ਆ, ਖਾਸ ਕਰਕੇ ਫਰੀਮੌਂਟ ਗੁਰੂ ਘਰ ਜਾਂ ਹੋਰ ਇੱਥੇ ਜੀ ਡਰੱਗ ਦਾ ਧੰਦਾ ਹੁੰਦਾ ਆ, ਇੱਥੇ ਆਹ ਹੁੰਦਾ ਆਹ ਹੁੰਦਾ। ਸੋ ਉਦਾਂ ਦੇ ਲੋਕ ਇਸ ਬੀਬੀ ਨੂੰ ਜਿਹੜੇ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਤੇ ਵੋਟਾਂ ਰਾਹੀਂ ਵੀ ਸਪੋਰਟ ਕਰ ਰਹੇ ਆ। ਸੋ ਆਪਣੇ ਬਹੁਤ ਸਾਰੇ ਜਿਹੜੇ ਸਿੱਖ ਭੈਣ ਭਰਾ ਆ, ਉਹ ਐਸ਼ਾ ਬਹਾਵ ਆ, ਉਹ ਇਸ ਵੇਲੇ ਕੈਲੀਫੋਰਨੀਆ ਦੀ ਸਟੇਟ ਸੈਨੇਟਰ ਆ, ਉਹਦੀ ਸਪੋਰਟ ਕਰ ਰਹੇ ਆ। ਉਹ ਇਸ ਕਰਕੇ ਕਰ ਰਹੇ ਆ ਵੀ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆਇਆ ਸੀ, ਉਹ ਪੂਰੀ ਤਰ੍ਹਾਂ ਉਸਨੇ ਉਹਦੀ ਸਪੋਰਟ ਕੀਤੀ ਸੀ। ਇਸ ਤੋਂ ਪਹਿਲਾਂ ਵੀ ਕਾਸਟ ਬਿੱਲ ਨੂੰ ਲੈ ਕੇ ਹੋਰ ਜੋ ਬੇ ਏਰੀਏ ਦਾ ਮੇਨ ਜਿਹੜਾ ਕੰਸਰਨ ਹੈਗਾ ਆ ਹਾਊਸਿੰਗ ਨੂੰ ਲੈ ਕੇ, ਸੋ ਉਹ ਕਲੇਮ ਕਰਦੀ ਹੈ, ਐਸ਼ਾ ਵਹਾਬ ਕਲੇਮ ਕਰਦੀ ਹੈ ਵੀ $300 ਮਿਲੀਅਨ ਦੀ ਜਿਹੜੀ ਡਾਊਨ ਪੇਮੈਂਟ ਅਸਿਸਟੈਂਸ ਹੋਈ ਸੀ ਪਿਛਲੇ ਮਹੀਨਿਆਂ ਦੇ ਦੌਰਾਨ, ਜਿਹੜੇ ਫਸਟ ਟਾਈਮ ਹੋਮ ਬਾਇਰਸ ਆ, ਉਹ ਉਸਨੇ ਜਿਹੜਾ ਬਿੱਲ ਲੈ ਕੇ ਆਂਦਾ ਸੀ, ਉਹ ਬਿੱਲ ਦੀ ਉਹਨੇ ਸਪੋਰਟ ਕੀਤੀ ਸੀ। ਤੇ ਉਹ ਕਹਿੰਦੀ ਆ ਵੀ ਜਿਹੜੀ ਪਬਲਿਕ ਸਕੂਲਸ ਦੇ ਵਿੱਚ ਸਟੂਡੈਂਟਸ ਆ, ਉਹਨਾਂ ਨੂੰ 2 ਵਾਰ ਦਾ ਜਿਹੜਾ ਮੀਲ ਆ ਉਹ ਜਿਹੜਾ ਮਿਲਦਾ ਆ, ਉਹ ਵੀ ਉਹਦੇ ਵਿੱਚ ਉਹਦਾ ਜਿਹੜਾ ਹਿੱਸਾ ਸੀਗਾ। ਤੇ ਤੀਜਾ ਇੱਕ ਉਹਦਾ ਜਿਹੜਾ ਮੇਨ ਇਸ਼ੂ ਹੈਗਾ, ਬਹੁਤ ਸਾਰੇ ਜਿਹੜੇ ਆਪਣੇ ਆਪਾਂ ਕਹਿ ਸਕਦੇ ਹਾਂ ਬਸ਼ਿੰਦੇ ਆ, ਜਿਨ੍ਹਾਂ ਕੋਲ ਡਾਇਬਟੀਜ਼ ਆ, ਉਹਨਾਂ ਨੂੰ ਇਨਸੂਲਿਨ ਲੈਣਾ ਪੈਂਦਾ ਆ। ਉਹ ਕਈ ਵਾਰੀ $35 ਤੱਕ ਜਿਹੜੀ ਆ ਕੋ ਪੇਮੈਂਟ ਦੇਣੀ ਪੈਂਦੀ ਆ। ਉਹ ਕੋਸ਼ਿਸ਼ ਕਰ ਰਹੀ ਆ ਵੀ ਉਹ ਘਟਾ ਕੇ $11 ਤੱਕ ਕੀਤੀ ਜਾਵੇ। ਸੋ ਉਹ ਪਿਛਲੇ ਦਿਨਾਂ 'ਚ ਫਰੀਮੌਂਟ ਗੁਰਦੁਆਰੇ ਵੀ ਪਹੁੰਚੀ ਹੋਈ ਸੀ। ਵੱਡੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ, ਉਹ ਐਸ਼ਾ ਬਹਾਵ ਦਾ ਵੀ ਜਿਹੜਾ ਸਪੋਰਟ ਕਰ ਰਹੇ ਹੈਗੇ ਆ। ਇਹ ਅਫਗਾਨਿਸਤਾਨ ਮੂਲ ਦੀ ਆ, ਪਰ ਇੱਥੇ ਜਿਹੜਾ ਫਰੀਮੌਂਟ ਬੇ ਏਰੀਆ ਜਿਹੜਾ ਇਸ ਨੂੰ ਰਿਪਰੈਜ਼ੈਂਟ ਕਰਦੀ, ਡਾਕਟਰ ਆ ਬਾਈ ਪ੍ਰੋਫੈਸ਼ਨ, ਜਿੱਦਾਂ ਡਾਕਟਰ ਜਸਮੀਤ ਕੌਰ ਹੈਗੀ ਆ। ਸੋ ਇਹ ਬਹੁਤ ਹੀ ਇੰਪੋਰਟੈਂਟ ਸੀਟ ਹੈਗੀ ਆ। ਸੋ ਪੂਰਾ ਜ਼ੋਰ ਜਿਹੜਾ ਭਾਰਤ ਦੀ ਸਰਕਾਰ ਦਾ ਜਾਂ ਭਾਰਤ ਦੀ ਸਰਕਾਰ ਦੇ ਜਿਹੜੇ ਆਪਾਂ ਕਹਿ ਸਕਦੇ ਆ ਇਨਡਾਇਰੈਕਟਲੀ ਇੱਥੇ ਬੰਦੇ ਹੈਗੇ ਆ, ਉਹਨਾਂ ਦਾ ਲੱਗਿਆ ਹੋਇਆ ਆ ਵੀ ਰਾਖੀ ਅਸਰਾਨੀ ਨੂੰ ਇੱਥੇ ਜਿਹੜਾ ਜਿਤਾਇਆ ਜਾਵੇ ਬੇ ਏਰੀਏ ਦੇ ਵਿੱਚ। ਤੇ ਸਿੱਖ ਵੀ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ ਤੇ ਇੰਡੀਅਨ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਸੋ ਜਿਹੜੇ ਬੇ ਏਰੀਏ ਦੇ ਸਰੋਤੇ ਆ, ਪਲੀਜ਼ ਆਪਣੇ ਜਿਹੜੇ ਬੈਲਟਸ ਆ ਉਹਨਾਂ ਨੂੰ ਚੈੱਕ ਕਰ ਲਓ ਤੇ ਦੇਖੋ ਤੁਸੀਂ ਕਿਹੜੇ ਕੈਂਡੀਡੇਟ ਨੂੰ ਜਿਹੜੀ ਵੋਟ ਪਾਣੀ ਹੈਗੀ ਆ। ਪਾਣੀ ਤੁਸੀਂ ਆਪਣੀ ਮਰਜ਼ੀ ਨਾਲ ਹੀ ਆ, ਪਰ ਆਪਾਂ ਜਿਹੜੇ ਕੈਂਡੀਡੇਟਸ ਆ, ਕੌਣ ਉਹਨਾਂ ਨੂੰ ਸਪੋਰਟ ਕਰ ਰਿਹਾ, ਕੀ ਉਹਨਾਂ ਦੇ ਮੁੱਦੇ ਹੈਗੇ ਆ, ਉਹ ਆਪਾਂ ਤੁਹਾਨੂੰ ਦੱਸਿਆ। ਇੱਕ ਹੋਰ ਉੱਥੇ ਮਲੀਸਾ ਹਰਨਾਂਡਿਸ ਵੀ ਹੈਗੀ ਆ, ਉਹ ਬਾਰਡ ਦੀ ਬੋਰਡ ਆਫ ਡਾਇਰੈਕਟਰ ਰਹੀ ਆ। ਉਸ ਨੂੰ ਵੀ ਕੁਝ ਲੋਕ ਜਿਹੜੇ ਸਪੋਰਟ ਕਰ ਰਹੇ ਆ। ਬੈਂਡੀ ਹੁਆਂਗ ਆ, ਇਹ ਰਿਪਬਲਿਕਨ ਪਾਰਟੀ ਕੈਂਡੀਡੇਟ ਆ, ਤੇ ਕੈਰਨ ਐਲਨ ਆ, ਇਹ ਬਿਜ਼ਨਸ ਵੂਮਨ ਹੈਗੀ ਆ। 10 ਜਾਂ 11 ਦੇ ਕਰੀਬ ਕੈਂਡੀਡੇਟ ਆ, ਪਰ ਇਹਨਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਜਿਹੜੇ ਹੈਗੇ ਆ, ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜਾ ਰਾਖੀ ਇਸਰਾਨੀ, ਐਸ਼ਾ ਵਹਾਬ, ਮਲੀਸਾ ਹਰਨਾਂਡਿਸ, ਇਹ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਬੇ ਏਰੀਏ ਦੇ ਵਿੱਚ ਜਿਹੜਾ ਡਿਸਟ੍ਰਿਕਟ 14 ਚ ਆਉਂਦੇ ਆ, ਆਪਣੇ ਬੈਲਟਸ ਨੂੰ ਧਿਆਨ ਨਾਲ ਪੜ੍ਹੋ। ਜਿਹੜੇ ਉਹਨਾਂ ਨੇ ਲਿਖਿਆ ਹੈ ਵੀ ਅਸੀਂ ਕੀ ਕਰਾਂਗੇ, ਉਹਨਾਂ ਨੂੰ ਪੜ੍ਹੋ, ਫਿਰ ਆਪਣੀ ਸੋਚ ਮੁਤਾਬਕ ਵੋਟ ਪਾਓ। ਨਹੀਂ, ਪਰ ਬਾਕੀ ਇਸਰਾਨੀ ਵਾਲੀ ਚੀਜ਼ ਦੇ ਵਿੱਚ ਤਾਂ ਕਲੀਅਰ ਹੀ ਆ ਹਰਜੋਤ ਸਿੰਘ ਜੀ, ਵੀ ਉਹ ਕੀ ਕਰਦੀ ਆ ਤੇ ਕਿਹਦੇ ਨਾਲ ਜੁੜੀ ਆ ਤੇ ਉਹਦੀਆਂ ਤਾਰਾਂ ਕਿੱਥੇ ਆ। ਸੋ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਹੀ ਆ। ਸੋ ਉਹ ਚੀਜ਼ਾਂ ਦਾ ਧਿਆਨ ਆਪਾਂ ਨੂੰ ਜਿਹੜਾ ਉਹ ਰੱਖਣਾ ਹੀ ਜਿਹੜਾ ਉਹ ਚਾਹੀਦਾ। ਇੱਕ ਗੱਲ ਜ਼ਰੂਰ ਆ ਵੀ ਬਹੁਤ ਵਾਰ ਗਰੁੱਪਿਜ਼ਮ ਹੁੰਦੀ ਆ, ਆਪਣੇ ਵੀ ਸਿੱਖਾਂ 'ਚ, ਪੰਜਾਬੀਆਂ 'ਚ ਵੀ ਹੈਗੀ ਆ, ਕੋਈ ਗੁਰੂ ਘਰ ਨੂੰ ਲੈ ਕੇ, ਕੋਈ ਕਿਸੇ ਸਪੋਰਟਸ ਨੂੰ ਲੈ ਕੇ। ਪਰ ਇਸ ਇਸ਼ੂ ਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ। ਜਿਹੜਾ ਪਿਛਲੇ ਵੀਕਐਂਡ ਦੇ ਦੌਰਾਨ ਉਸ ਨੂੰ ਐਕਸਪੋਜ਼ ਕੀਤਾ ਗਿਆ ਇੱਕ ਰੈਲੀ ਕਰਕੇ, ਬਹੁਤ ਵਧੀਆ ਕਦਮ ਜਿਹੜਾ ਉਹ ਕੀਤਾ ਗਿਆ ਹੈਗਾ। ਉਹਦਾ ਕੁਝ ਪੋਰਸ਼ਨ ਵੀ ਆਪਾਂ ਤੁਹਾਨੂੰ ਵਿੱਚ ਵੀਡੀਓ ਦੇ ਫਿਰ ਦਿਖਾ ਲਾਂਗੇ। ਸੋ ਇਹ ਵਧੀਆ ਗੱਲ ਆ, ਸਾਰਿਆਂ ਨੂੰ ਰਲ ਕੇ ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਜਿਹੜੇ ਇਦਾਂ ਦੇ ਲੋਕ ਆ, ਉਹ ਅਮਰੀਕਨ ਨੈਸ਼ਨਲ ਦੀ ਸਿਕਿਉਰਿਟੀ ਨੂੰ ਜਿਹੜਾ ਖਤਰਾ ਨਾ ਬਣਨ ਆਉਣ ਵਾਲੇ ਸਮੇਂ 'ਚ। ਤੇ ਆਪਾਂ ਸੋਚ ਕੇ ਉਹਨਾਂ ਲੋਕਾਂ ਨੂੰ ਵੋਟਾਂ ਪਾਈਏ ਜਿਹੜੇ ਅਮਰੀਕਾ ਦੇ ਲਈ ਤੇ ਅਮਰੀਕਨ ਸਿਸਟਮ ਦੇ ਲਈ ਖੜਦੇ ਆ ਤੇ ਸਾਡੇ ਲਈ ਜਿਹੜੇ ਖੜਨਗੇ।